ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਚੋਖੀ ਗਰਮੀ ਪਈ ਆ, ਲਗਭਗ 40 ਡਿਗਰੀ ਤੱਕ ਟੈਂਪਰੇਚਰ। ਪਰਸੋਂ ਪੰਜਾਬ ਦੇ ਵਿੱਚ 41 ਤੋਂ ਲੈ ਕੇ 42 ਡਿਗਰੀ ਤੱਕ ਕਈ ਥਾਵਾਂ ਦੇ ਉੱਤੇ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟੇ ਪੰਜਾਬ ਦੇ ਵਿੱਚ ਗਰਮੀ ਖੁਸ਼ਕ ਮੌਸਮ ਇਸੇ ਤਰੀਕੇ ਨਾਲ ਰਹਿਣਾ ਤੇ ਮੀਂਹ ਕਣੀ ਦੀ ਹਾਲ ਦੀ ਘੜੀ ਸੰਭਾਵਨਾ ਕੋਈ ਨਹੀਂ। ਯਾਨੀ ਕਿ ਜੇਕਰ ਅਸੀਂ ਪਹਿਲਾਂ ਦੀ ਗੱਲ ਕਰਦੇ ਹਾਂ, ਲਗਭਗ 2-2.5 ਹਫ਼ਤੇ ਪਹਿਲਾਂ ਦੀ, ਤਾਂ ਮੌਸਮ ਵਿਭਾਗ ਦੀ ਇਹ ਗੱਲ ਸੀ ਕਿ ਐਤਕੀ 15 ਦਿਨ ਪਹਿਲਾਂ ਆਮ ਤੌਰ ਦੇ ਨਾਲੋਂ ਮੌਨਸੂਨ ਪਾਉਣਾ ਪੰਜਾਬ ਦੇ ਵਿੱਚ ਆ ਗਈਆਂ। ਉਦੋਂ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਚੋਖਾ ਮੀਂਹ ਵੀ ਪੈ ਗਿਆ, ਪਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਮੌਸਮ ਖੁਸ਼ਕ ਹੋ ਗਿਆ। ਹੁਣ ਜੇਕਰ ਕਿਤੇ ਮੀਂਹ ਪੈਂਦਾ ਤਾਂ ਬਹੁਤ ਥੋੜ੍ਹਾ ਪੈਂਦਾ। ਪੂਰੇ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਦੇ ਆਉਣ ਦੇ ਕਰਕੇ ਜਿਵੇਂ ਮੀਂਹ ਪੈਣਾ ਚਾਹੀਦਾ ਉਵੇਂ ਪੈ ਨਹੀਂ ਰਿਹਾ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ 1 ਹਫ਼ਤੇ ਬਾਅਦ ਹੋ ਸਕਦਾ ਮੌਨਸੂਨ ਪਾਉਣਾ ਪੰਜਾਬ ਦੇ ਵਿੱਚ ਸਰਗਰਮ ਹੋਣ, ਪਰ ਉਸ ਤੋਂ ਪਹਿਲਾਂ ਕੋਈ ਬਹੁਤੀ ਵੱਡੀ ਆਸ ਕਰਨੀ ਨਹੀਂ ਬਣਦੀ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪਟਿਆਲੇ ਦੇ ਵਿੱਚ 100 ਦਿਨ ਤੋਂ ਟਾਵਰ ਦੇ ਉੱਤੇ ਬੈਠੇ ਹੋਏ ਸੁਰਿੰਦਰਪਾਲ ਸਿੰਘ ਦੀ ਗੱਲ ਕਰੀਏ ਤਾਂ ਉਹਦੇ ਸਿਰ ਨੂੰ ਸਲਾਮ ਕਰਨੀ ਬਣਦੀ ਹੈ। ਜੇਕਰ ਕਿਸੇ ਨੂੰ ਇਹ ਗੱਲ ਕਹੀ ਜਾਵੇ ਜੀ ਕਿ 24 ਘੰਟੇ ਤੋਂ ਫਲਾਨੀ ਉੱਚੀ ਥਾਂ ਦੇ ਉੱਤੇ ਇਕੱਲਾ ਬੈਠਾ ਰਹੇ, ਉਹ ਬਿਲਕੁਲ ਨਹੀਂ ਮੰਨਦਾ। ਉਹ ਕਹਿੰਦੇ ਨੇ ਜੀ ਮੈਨੂੰ ਉਚਾਈ ਤੋਂ ਡਰ ਲੱਗਦਾ। ਪਰ ਇਹ ਨੌਜਵਾਨ 260 ਫੁੱਟ ਉੱਚੇ ਟਾਵਰ ਦੇ ਉੱਤੇ ਪਟਿਆਲੇ ਦੇ ਵਿੱਚ ਬੈਠਾ ਵੀ ਹੈ। ਚਾਹ ਨਹੀਂ ਉਹਨੂੰ ਵੀ ਉੱਚੀ ਥਾਂ ਦੇ ਉੱਤੇ ਚੜ੍ਹ ਕੇ ਬੈਠਾ। ਉਹਦੀ ਇੱਛਾ ਤਾਂ ਇਹ ਆ ਵੀ ਮੇਰੇ ਪਰਿਵਾਰ ਦੀ ਰੋਟੀ ਟੁੱਕ ਚੱਲਦਾ ਰਹੇ, ਮੇਰੇ ਵਰਗੇ ਸਾਥੀ ਆ ਜਿਹੜੇ ਉਹਨਾਂ ਦੇ ਚੁੱਲ੍ਹੇ ਦੇ ਵਿੱਚ ਅੱਗ ਬਲਦੀ ਰਹੇ ਤੇ ਸਾਨੂੰ ਸਾਡੀ ਕਾਬਲੀਅਤ ਦੇ ਮੁਤਾਬਕ ਰੁਜ਼ਗਾਰ ਮਿਲ ਜੇ, ਕਿਉਂਕਿ ਉਹਨੇ ETT ਤੇ ਟਿਟ ਦਾ ਟੈਸਟ ਪਾਸ ਕੀਤਾ ਹੋਇਆ। 10 ਦਿਨ ਤੋਂ ਇਹ ਨੌਜਵਾਨ ਹੁਣ ਮਰਨ ਵਰਤ ਦੇ ਉੱਤੇ ਆ ਤੇ ਇਹਦੀ ਸਿਹਤ ਬੇਹੱਦ ਖਰਾਬ ਹੋ ਚੁੱਕੀ ਆ। ਇਹ ਨੌਜਵਾਨ ਲਗਾਤਾਰ ਬੌਂਦਲ ਰਿਹਾ ਤੇ ਸਰਕਾਰ ਜਿਹੜੀ ਕਿ ਬੌਂਦਲੀ ਹੋਈ ਆ ਹੋਰ ਕੰਮਾਂ ਦੇ ਵਿੱਚ ਕਿ ਸਿੱਧੂ ਦਾ ਕੀ ਬਣੂ ਤੇ ਅਸੀਂ ਹਾਈ ਕਮਾਨ ਨੂੰ ਕਿਵੇਂ ਮਿਲਣਾ ਤੇ ਇੱਥੇ ਅਸੀਂ ਲਾਈਕ ਕਿਵੇਂ ਵਧਾਉਣੇ ਆ ਫੇਸਬੁੱਕ ਦੇ ਉੱਤੇ ਤੇ ਅਧਿਆਪਕਾਂ ਨੂੰ ਅਸੀਂ ਬੁੱਧੂ ਕਿਵੇਂ ਬਣਾਉਣਾ, ਇਹਨਾਂ ਗੱਲਾਂ ਦੇ ਵਿੱਚ ਮਸਰੂਫ ਆ। ਪਰ ਉਹਨਾਂ ਨੂੰ ਨਾ ਸੁਰਿੰਦਰਪਾਲ ਦਿਸਦਾ, ਨਾ ਉਹ ਕੁੜੀਆਂ ਚਿੜੀਆਂ ਦਿਸਦੀਆਂ ਜਿਨ੍ਹਾਂ ਦੇ ਵਾਲ ਪੱਟ ਕੇ ਬੱਸਾਂ ਦੇ ਵਿੱਚ ਸੁੱਟਦੇ ਆ ਪੁਲਿਸ ਮੁਲਾਜ਼ਮ, ਤੇ ਨਾ ਹੀ ਇਹਨਾਂ ਨੂੰ ਇਹ ਜਾਪਦਾ ਜੀ ਕਿ ਇਹਨਾਂ ਦੇ ਨਾਲ ਅਸੀਂ ਵਾਅਦਾ ਜਿਹੜਾ ਕੀਤਾ ਸੀ ਉਹ ਕਦੇ ਪੂਰਾ ਹੀ ਕਰ ਦਈਏ। ਸੋ ਸੁਰਿੰਦਰਪਾਲ ਜਿਹੜਾ ਕਿ ਬਿਆਨਪੁਰਾ ਪਿੰਡ ਦਾ ਵਸਨੀਕ ਆ, ਜਿਹੜਾ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦਾ, ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਦੇ ਉੱਤੇ ਆ। ਤੇ ਬੇਨਤੀ ਮੇਰੀ ਸਮੂਹ ਪੰਜਾਬੀਆਂ ਨੂੰ ਇਹ ਹੈ ਕਿ ਆਪਾਂ ਸਿਰਫ ਖਬਰ ਸੁਣ ਕੇ ਤੇ ਪੜ੍ਹ ਕੇ ਉਹਨੂੰ ਛੱਡ ਨਾ ਦਿਆ ਕਰਗੇ। ਆਪਣੇ ਤੌਰ ਦੇ ਉੱਤੇ ਜਿੰਨੇ ਵੀ ਇਹੋ ਜਿਹੇ ਸੰਘਰਸ਼ੀ ਲੋਕ ਆ ਉਹਨਾਂ ਦੀ ਮਦਦ ਕਰਨੀ ਬਣਦੀ ਆ, ਭਾਵੇਂ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਆ, ਭਾਵੇਂ ਹੱਕੀ ਮੰਗਾਂ ਦੇ ਲਈ ਲੜਾਈ ਕਰਨ ਵਾਲੇ ਇਹ ਲੋਕ ਆ। ਇਹਨਾਂ ਲੋਕਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਨਾ ਚਾਹੀਦਾ। ਆਮ ਤੌਰ ਦੇ ਉੱਤੇ ਅਸੀਂ ਖਬਰ ਪੜ੍ਹੀ ਛੱਡਤੀ, ਖਬਰ ਸੁਣੀ ਛੱਡਤੀ। ਇਹਨਾਂ ਗੱਲਾਂ ਤੋਂ ਥੋੜ੍ਹਾ ਜਿਹਾ ਉੱਪਰ ਉੱਠ ਕੇ ਸਾਨੂੰ ਨਾਲ ਵੀ ਖੜਨਾ ਸਿੱਖਣਾ ਚਾਹੀਦਾ। ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਆਦਤ ਪਾਉਣੀ ਚਾਹੀਦੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ ਬਾਰਡਰਾਂ ਦੇ ਉੱਤੇ ਇੱਕ ਵਾਰ ਫਿਰ ਇਕੱਠ ਵੱਧਣਾ ਸ਼ੁਰੂ ਹੋ ਚੁੱਕਿਆ। ਜਿਹੜੇ ਬਾਰਡਰ ਪਹਿਲਾਂ ਸੁੰਨੇ 'ਚ ਜਾਪਣ ਲੱਗ ਪਏ ਸੀ, ਹੁਣ ਪੰਜਾਬ ਦੇ ਵਿੱਚ 90% ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਬਾਰਡਰਾਂ ਦੇ ਵੱਲ ਵਹੀਰਾਂ ਘੱਤ ਕੇ ਕਿਸਾਨ ਜਾ ਰਹੇ ਆ। ਇਹਦੇ ਕਰਕੇ ਹਕੂਮਤ ਕਹਿੰਦੀ ਆ ਵੀ ਅੰਦਰ ਖਾਤੇ ਫਿਰ ਕੰਬੀ ਹੋਈ ਹੈ। ਲੰਘੇ ਕੱਲ੍ਹ ਬੜੀਆਂ ਮਹੱਤਵਪੂਰਨ ਖਬਰਾਂ ਪ੍ਰਾਪਤ ਹੋਈਆਂ। ਵਿੱਤ ਮੰਤਰੀ ਆ ਹਰਿਆਣੇ ਦੇ ਸਾਬਕਾ ਵਿੱਤ ਮੰਤਰੀ ਸੰਪਤ ਸਿੰਘ, ਉਹਨਾਂ ਨੂੰ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ। BJP ਦੇ ਵੱਲੋਂ ਜੋ ਆਪਣੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਗਿਆ ਉਹਦੇ ਵਿੱਚ ਸੰਪਤ ਸਿੰਘ ਨੂੰ ਵੀ ਮੈਂਬਰ ਬਣਾਇਆ ਗਿਆ, ਪਰ ਉਹਨਾਂ ਨੇ ਮੈਂਬਰਸ਼ਿਪ ਲੈਣ ਤੋਂ, ਕਾਰਜਕਾਰਨੀ ਦਾ ਮੈਂਬਰ ਬਣਨ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਓਨੀ ਦੇਰ ਤੱਕ ਮੈਂ ਕਿਸੇ ਕਾਰਜਕਾਰਨੀ ਦਾ ਕੋਈ ਮੈਂਬਰ ਨਹੀਂ ਬਣਨਾ। ਉਹਨਾਂ ਨੇ ਇਹ ਵੀ ਗੱਲ ਕਹੀ ਆ ਆਪਣੇ ਟਵਿੱਟਰ ਖਾਤੇ ਦੇ ਉੱਤੇ। ਉਹ ਕਹਿੰਦੇ ਵੀ ਬੰਦ ਕਮਰਿਆਂ ਦੇ ਵਿੱਚ ਸੁਰੱਖਿਆ ਦੇ ਕੇ ਨੇਤਾਵਾਂ ਨੂੰ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਬਹੁਤ ਕੋਈ ਵੱਡੀ ਮੱਲ ਮਾਰ ਰਹੇ ਹਾਂ। ਜੇਕਰ ਨੇਤਾਵਾਂ ਨੇ ਬਾਹਰ ਨਿਕਲਣਾ, ਜੇਕਰ ਅਸੀਂ ਭਾਜਪਾ ਦਾ ਪ੍ਰਚਾਰ ਕਰਨਾ, ਜੇਕਰ ਅਸੀਂ ਪਾਰਟੀ ਦੀ ਮਜ਼ਬੂਤੀ ਕਰਨੀ ਆ, ਲੋਕਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ, ਇਹਦੇ ਲਈ ਸਾਨੂੰ ਕਿਸਾਨੀ ਮਸਲਾ ਹੱਲ ਕਰਨਾ ਪਊਗਾ। ਜਿੰਨੀ ਦੇਰ ਤੱਕ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ ਮੈਂ ਉਨੀ ਦੇਰ ਤੱਕ ਕਾਰਜਕਾਰਨੀ ਦਾ ਮੈਂਬਰ ਬਣਨਾ ਚੰਗਾ ਵੀ ਨਹੀਂ ਸਮਝਦਾ ਤੇ ਨਾ ਹੀ ਕੋਈ ਲੋੜ ਚਾਹੀਦੀ ਇਹੋ ਜਿਹੀ, ਕਿਉਂਕਿ ਜਦੋਂ ਘਰ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਣਾ ਤੇ ਫਿਰ ਮੈਂ ਕਾਰਜਕਾਰਨੀ ਦਾ ਮੈਂਬਰ ਬਣਾ ਦਿਓ ਤੇ ਭਾਵੇਂ ਮੈਨੂੰ ਜਨਰਲ ਸਕੱਤਰ ਬਣਾ ਦਿਓ, ਉਹਦੇ ਨਾਲ ਫਰਕ ਵੀ ਕਿਹੜਾ ਪੈਣ ਲੱਗਾ। ਤੇ ਗੱਲ ਉਹਨਾਂ ਦੀ ਬਿਲਕੁਲ ਦਰੁਸਤ ਵੀ ਹੈਗੀ ਆ। ਪਰ ਪੰਜਾਬ ਦੇ ਕਈ ਨੇਤਾ ਇਹੋ ਜਿਹੇ ਆ, BJP ਦੇ ਪੰਜਾਬ ਦੇ ਇੱਕ ਸੀਨੀਅਰ ਨੇਤਾ ਨੇ ਗੱਲ ਕਹੀ ਹੈ ਵੀ ਇਹ ਤਾਂ ਕਿਸਾਨ ਹੈ ਹੀ ਨਹੀਂ ਜਿਹੜੇ ਵਿਰੋਧ ਕਰ ਰਹੇ ਆ, ਇਹ ਤਾਂ ਬੁਰਕਾ ਪਾਈ ਫਿਰਦੇ ਕਿਸਾਨੀ ਵਾਲਾ, ਜਿਹੜੇ ਸਾਨੂੰ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦਿੰਦੇ, ਜਿਹੜੇ ਸਾਡੀਆਂ ਗੱਡੀਆਂ 'ਤੇ ਹਮਲਾ ਕਰਦੇ ਆ, ਜਿਹੜੇ ਲੀੜੇ ਲਵਾ ਕੇ ਕੁੱਟਦੇ ਆ, ਜਿਹੜੇ ਕਾਲੀਆਂ ਝੰਡੀਆਂ ਦਿਖਾਉਂਦੇ ਆ, ਜਿਹੜੇ ਗੱਡੀਆਂ ਦੇ ਮੂਹਰੇ ਆ ਕੇ ਲੰਮੇ ਪੈ ਜਾਂਦੇ ਆ, ਇਹ ਸਾਰੇ ਦੇ ਸਾਰੇ ਕਾਂਗਰਸ ਦੇ ਕਾਰਕੁਨ ਆ, ਕਾਂਗਰਸ ਦੇ ਪੇਡ ਵਰਕਰ ਆ ਤੇ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਗਾ ਤੇ ਇਹ ਤਾਂ ਕਿਸਾਨ ਹੈ ਹੀ ਨਹੀਂ। ਹੁਣ ਕਹਿਣ ਦਾ ਭਾਵ ਇਹ ਹੈ ਕਿ BJP ਸ਼ਾਇਦ ਕੋਈ ਸਰਟੀਫਿਕੇਟ ਜਾਰੀ ਕਰੇ, ਜੇਕਰ ਤੁਸੀਂ ਪ੍ਰਦਰਸ਼ਨ ਵੀ ਕਰਨਾ ਪਹਿਲਾਂ ਬੋਝੇ ਦੇ ਵਿੱਚੋਂ ਉਹ ਦਿਖਾਇਆ ਜਾਵੇ ਜੀ ਕਿ ਆਹ ਦੇਖੋ ਮੈਂ ਫਾਰਮਰ ਹਾਂ,
ਮੈਂ ਕਿਸਾਨ ਹਾਂ। ਇਹਦੇ ਉੱਤੇ ਕਈ ਵੀ ਛਪੀ ਆ, ਇਹਦੇ ਉੱਤੇ ਜਿੰਦਰੀ ਵੀ ਛਪੀ ਆ। ਆਹ ਦੇਖੋ ਜੀ, ਝੋਨਾ ਲਾਉਂਦੇ ਕਿਸਾਨ ਦੀ ਵੀ ਫੋਟੋ ਹੈਗੀ ਆ, ਹਾੜੀ ਵੱਢਦੇ ਕਿਸਾਨ ਦੀ ਫੋਟੋ ਵੀ ਹੈਗੀ ਆ। ਮਤਲਬ ਇਹ ਆ ਕਿ ਬੀਜੇਪੀ ਦੇ ਨਾਲ ਇੰਨਾ ਕੁਝ ਹੋ ਰਿਹਾ, ਇਸ ਦੇ ਬਾਵਜੂਦ ਉਹ ਸਬਕ ਲੈ ਕੇ ਰਾਜ਼ੀ ਨਹੀਂ ਵੀ ਅਸੀਂ ਆਪਦੇ ਮੂੰਹ ਦੇ ਵਿੱਚੋਂ ਤੋਲ ਕੇ ਸ਼ਬਦ ਕੱਢੀਏ ਤੇ ਫਿਰ ਕਹਿਣਗੇ ਕਿਸਾਨ ਪਤਾ ਨਹੀਂ ਕਿਹੜੀ ਗੱਲੋਂ ਵਿਰੋਧ ਕਰਦੇ ਆ। ਪਰ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਸਿਰ ਨੂੰ ਸਲਾਮ ਆ। 42-43 ਡਿਗਰੀ ਟੈਂਪਰੇਚਰ ਦੇ ਵਿੱਚ ਉਹ ਲਗਾਤਾਰ ਬੈਠੇ ਹੋਏ ਆ ਤੇ ਉਹ ਕਹਿੰਦੇ ਵੀ ਜਿੱਤ ਕੇ ਹੀ ਆਵਾਂਗੇ ਤੇ ਜਾਂ ਫਿਰ ਸਾਨੂੰ 4 ਬੰਦੇ ਚੱਕ ਕੇ ਸਿਵਿਆਂ ਦੇ ਵੱਲ ਲੈ ਜਾਣਗੇ, ਉੱਦਾਂ ਅਸੀਂ ਮੁੜਨ ਵਾਲਿਆਂ ਦੇ ਵਿੱਚੋਂ ਨਹੀਂ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਵੀ ਕਿਸ ਤਰੀਕੇ ਨਾਲ ਇਕੱਠ ਵੱਧ ਰਹੇ ਆ, ਕਿਵੇਂ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਉੱਤੇ ਅਤਿਆਚਾਰ ਹੋਇਆ, ਕਿਸ ਤਰੀਕੇ ਦੇ ਨਾਲ ਹੁਣ ਬੀਜੇਪੀ ਦੇ ਵੱਲੋਂ ਇੱਕ ਨਵੀਂ ਚਾਲ ਚੱਲੀ ਗਈ ਹੈ। ਕਿਉਂਕਿ ਸਿੰਘੂ ਬਾਰਡਰ ਦੇ ਆਲੇ ਦੁਆਲੇ ਜਿਹੜੇ ਪਿੰਡ ਵਸੇ ਆ, ਉਹਨਾਂ ਦੀਆਂ ਮਹਾਂ ਪੰਚਾਇਤਾਂ ਹੋਈਆਂ ਵੀ ਭਾਈ ਕਿਸਾਨ ਇੱਥੋਂ ਉਠਵਾਏ ਜਾਣ। ਹੁਣ ਉਹਨਾਂ ਪਿੰਡ ਵਾਸੀਆਂ ਦੇ ਮੋਢੇ ਨੂੰ ਵਰਤਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਪਹਿਲਾਂ ਰਿਪੋਰਟ ਤੇ ਫਿਰ ਕਰਾਂਗੇ ਟਿੱਪਣੀ। ਕਿਸਾਨ ਅੰਦੋਲਨ ਜਿਉਂ-ਜਿਉਂ ਮੁੜ ਜ਼ੋਰ ਫੜਨ ਲੱਗਿਆ, ਤਿਉਂ-ਤਿਉਂ ਇੱਥੋਂ ਦੇ ਲੋਕ ਯਾਨੀ ਕਿ ਸਿੰਘੂ ਬਾਰਡਰ ਦੇ ਲੋਕ ਨੇ ਜਿਹੜੇ, ਉਹ ਸੜਕ ਖੁਲਵਾਉਣ ਵਾਸਤੇ ਦਬਾਅ ਬਣਾਉਣ ਲੱਗੇ ਨੇ। ਪਿੰਡ ਵਾਸੀ ਇਕੱਠੇ ਹੋ ਕੇ ਸਿੰਘੂ ਕੁੰਡਲੀ ਬਾਰਡਰ ਦੇ ਉੱਤੇ ਇੱਕ ਪਾਸੇ ਦੀ ਸੜਕ ਖੁਲਵਾਉਣ ਲਈ ਲੰਘੇ। ਕੱਲ੍ਹ ਵੀ ਪਹੁੰਚੇ। ਪਿੰਡ ਵਾਸੀ ਸੋਨੀਪਤ ਲੈ ਕੁੰਡਲੀ ਪਿੰਡ ਦੇ ਵਿੱਚ ਰਾਸ਼ਟਰੀ ਪਰਿਵਰਤਨ ਮੰਚ ਦੇ ਬੈਨਰ ਹੇਠ ਇਕੱਠੇ ਹੋਏ। ਪਿੰਡ ਵਾਸੀਆਂ ਦਾ ਕਹਿਣਾ ਕਿ ਉਹਨਾਂ ਨੂੰ ਪਿਛਲੇ 7 ਮਹੀਨਿਆਂ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਇਸੇ ਕਰਕੇ ਉਹ ਇੱਕ ਪਾਸੇ ਦਾ ਰਸਤਾ ਖੁਲਵਾਉਣ ਦੇ ਉੱਤੇ ਜ਼ੋਰ ਦੇ ਰਹੇ ਨੇ। 3 ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ਦੇ ਉੱਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਚੱਲ ਰਿਹਾ। ਪਹਿਲਾਂ ਵੀ ਸਥਾਨਕ ਅਖਵਾਉਣ ਵਾਲੇ ਲੋਕ ਕਿਸਾਨਾਂ ਨਾਲ ਟਕਰਾਅ ਪੈਦਾ ਕਰ ਚੁੱਕੇ ਨੇ। ਕੁਝ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਇਹ ਲੋਕ ਬੀਜੇਪੀ ਦੇ ਹਮਾਇਤੀ ਨੇ। ਇਸ ਮਗਰੋਂ ਕਾਫੀ ਸਮਾਂ ਸ਼ਾਂਤੀ ਵਾਲਾ ਮਾਹੌਲ ਬਣਿਆ ਰਿਹਾ, ਪਰ ਪਿਛਲੇ ਕੁਝ ਦਿਨਾਂ ਤੋਂ ਮੁੜ ਸਥਾਨਕ ਲੋਕ ਸਰਗਰਮ ਹੋਏ ਨੇ। ਹੁਣ ਪਿੰਡ ਵਾਸੀ ਕੁੰਡਲੀ ਸਰਹੱਦ ਦੇ ਉੱਤੇ ਇੱਕ ਤਰਫਾ ਸੜਕ ਖੁਲਵਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ। ਸੋਨੀਪਤ ਪਿੰਡ ਕੁੰਡਲੀ ਵਿੱਚ ਪਿੰਡ ਵਾਸੀਆਂ ਨੇ ਰਾਸ਼ਟਰੀ ਪਰਿਵਰਤਨ ਮੰਚ ਦੇ ਬੈਨਰ ਹੇਠ ਇੱਕ ਪੰਚਾਇਤ ਕੀਤੀ ਤੇ ਇੱਕ ਤਰਫਾ ਸੜਕ ਖੋਲ੍ਹਣ ਦੀ ਮੰਗ ਨੂੰ ਦੁਹਰਾਇਆ। ਪਿੰਡ ਵਾਸੀਆਂ ਦਾ ਕਹਿਣਾ ਕਿ ਪਹਿਲਾਂ ਤਾਂ ਉਹ ਖੁਦ ਹੀ ਅੰਦੋਲਨ ਦੇ ਵਿੱਚ ਸਨ, ਪਰ ਹੁਣ ਇਸ ਦਾ ਅਸਰ ਉਹਨਾਂ ਦੇ ਕਾਰੋਬਾਰ ਦੇ ਉੱਤੇ ਪੈ ਰਿਹਾ, ਜਿਸ ਦੇ ਕਰਕੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਕਿ ਉਹ ਸਰਕਾਰ ਦੇ ਉੱਤੇ ਇੱਕ ਸੜਕ ਖੋਲ੍ਹੇ ਜਾਣ ਦੇ ਲਈ ਦਬਾਅ ਬਣਾਉਣਗੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਕੋਈ ਸਾਹਮਣਾ ਕਰਨਾ ਨਾ ਪਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਪਹਿਲੀ ਗੱਲ ਤਾਂ ਇਹ ਕਹਾਂਗੇ, ਕਈ ਮਹੀਨੇ ਪਹਿਲਾਂ ਵੱਖ-ਵੱਖ ਪਿੰਡਾਂ ਦੇ ਕੁਝ ਲੋਕਾਂ ਦੇ ਵੱਲੋਂ ਆ ਕੇ ਇੱਥੇ ਬੈਠੇ ਹੋਏ, ਸ਼ਾਂਤਮਈ ਤਰੀਕੇ ਨਾਲ ਬੈਠੇ ਹੋਏ ਕਿਸਾਨਾਂ ਦੇ ਉੱਤੇ ਡਲੇ ਵੀ ਭਰਾਏ ਜਾਂਦੇ ਸੀ। ਇਹਨਾਂ ਦੇ ਉੱਤੇ ਆ ਕੇ ਉਹ ਹਾਕੀਆਂ ਦੇ ਨਾਲ, ਡਾਂਗਾਂ ਦੇ ਨਾਲ ਹਮਲਾ ਵੀ ਕਰਦੇ ਹੁੰਦੇ ਸੀ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਿਸਾਨਾਂ ਦੇ ਉੱਤੇ ਅਤਿਆਚਾਰ ਵੀ ਕਰਦੇ ਸੀ ਤੇ ਪੁਲਿਸ ਆ ਜਿਹੜੀ, ਉਹ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗ ਜਾਂਦੀ ਸੀ, ਉਹਨਾਂ ਦੇ ਮੂਹਰੇ ਖੜ ਜਾਂਦੀ ਸੀ ਤਾਂ ਜੋ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਤੇ ਬਾਅਦ ਦੇ ਵਿੱਚ ਗੱਲ ਕਹੀ ਜਾਂਦੀ ਸੀ ਕਿ ਕਿਸਾਨ ਤੋਂ उग्र हो गए, किसान तो हिंसक हो गए, किसानों को उठाने के लिए बहुत बड़ी गिनती में लोग आए हैं। पर बाद ਦੇ ਵਿੱਚ ਉਹਨਾਂ ਲੋਕਾਂ ਦੇ ਵਿੱਚੋਂ ਕਈਆਂ ਦੀਆਂ ਫੇਸਬੁੱਕ ਆਈਡੀ ਦੇਖੀਆਂ, ਉਹ ਬੀਜੇਪੀ ਦੇ ਕਾਰਕੁਨ ਨਿਕਲੇ ਸੀ। ਉਹਨਾਂ ਨੇ ਵੱਖ-ਵੱਖ ਚੋਣਾਂ ਦੇ ਵਿੱਚ ਵੀ ਯੋਗਦਾਨ ਪਾਇਆ ਸੀ। ਕਈ ਨੇਤਾਵਾਂ ਦੇ ਨਾਲ ਕਈ ਲੋਕਾਂ ਦੀਆਂ ਫੋਟੋਆਂ ਨਜ਼ਰ ਹੋਈਆਂ, ਜਿਹੜੀਆਂ ਕਿ ਇਹ ਦੱਸਦੀਆਂ ਸੀ ਕਿ ਭਾਈ ਇਹ ਆਮ ਲੋਕ ਨਹੀਂ ਗੇ, ਇਹ ਤਾਂ ਬੀਜੇਪੀ ਦੇ ਵਰਤੇ ਹੋਏ ਜਾਂ ਬੀਜੇਪੀ ਦੇ ਵੱਲੋਂ ਖਰੀਦੇ ਹੋਏ ਲੋਕ ਆ। ਤੇ ਹੁਣ ਜਿਹੜੇ ਲੋਕ ਇਕੱਠੇ ਹੋਏ ਆ, ਇਹਨਾਂ ਨੂੰ ਇੱਕਦਮ ਪਤਾ ਨਹੀਂ ਕਿਵੇਂ ਚੇਤਾ ਆ ਗਿਆ ਵੀ ਭਾਈ ਇਹ ਤਾਂ ਕਿਸਾਨ ਅੰਦੋਲਨ ਸਾਡਾ ਨੁਕਸਾਨ ਕਰੀ ਜਾਂਦਾ। ਕੱਲ੍ਹ ਤੱਕ ਜਿਹੜੇ ਲੋਕ ਇਸ ਅੰਦੋਲਨ ਦੇ ਵਿੱਚ ਬੈਠੇ ਸੀ, ਅੱਜ ਉਹਨਾਂ ਦੇ ਵਿੱਚੋਂ ਕਈ ਉੱਠ ਕੇ ਗੱਲ ਕਹਿੰਦੇ ਜੀ ਕਿ ਇਸ ਦਾ ਤੰਗ ਹੀ ਇਸ ਅੰਦੋਲਨ ਤੋਂ ਆ। ਇਹਦੇ ਪਿੱਛੇ ਵੀ ਰਾਜਨੀਤਿਕ ਬੂ ਆ ਰਹੀ ਹੈ ਕਿ ਰਾਜਨੀਤਿਕ ਲੋਕਾਂ ਨੇ ਹੁਣ ਸਥਾਨਕ ਲੋਕਾਂ ਦਾ, ਪਿੰਡਾਂ ਦੇ ਲੋਕਾਂ ਦਾ ਮੋਢਾ ਵਰਤਣਾ ਸ਼ੁਰੂ ਕੀਤਾ। ਇਹ ਵੀ ਹੋ ਸਕਦਾ ਇਹ ਅੰਦਰ ਖਾਤੇ ਬੀਜੇਪੀ ਦੇ ਸਮਰਥਕ ਵੀ ਹੋਣ, ਪਰ ਜੇਕਰ ਇਹ ਲੱਗਦਾ ਕਿ ਭਾਈ ਇਹਨਾਂ ਦੇ ਕਰਕੇ ਸਾਡੇ ਕਾਰੋਬਾਰ ਪ੍ਰਭਾਵਿਤ ਹੋਏ ਆ, ਅਸੀਂ ਰੋਟੀ ਰੋਜ਼ੀ ਨੂੰ ਬਹੁਤ ਤੰਗ ਹੋਏ ਆ, ਤਾਂ ਹੁਣ ਤੱਕ ਰੋਟੀ ਵੀ ਇੱਥੋਂ ਹੀ ਚੱਲਦੀ ਰਹੀ ਆ। ਆਲੇ ਦੁਆਲੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਅੱਜ ਵੀ ਇੱਥੇ ਪ੍ਰਸ਼ਾਦਾ ਛਕ ਕੇ ਜਾਂਦੇ ਆ, ਪਹਿਲਾਂ ਵੀ ਇੱਥੋਂ ਹੀ ਛਕਦੇ ਸੀ। ਜੇਕਰ ਟੀਕਾ ਲਵਾਉਣਾ, ਕਰੋਨਾ ਵੈਕਸੀਨ ਲਵਾਉਣੀ ਆ ਤਾਂ ਵੀ ਇੱਥੋਂ ਲੱਗਦੇ ਰਹੇ ਆ। ਜੇਕਰ ਚਾਹ ਪਾਣੀ ਪੀਣਾ ਤਾਂ ਵੀ ਇੱਥੇ, ਤੇ ਜੇਕਰ ਇੱਥੇ ਜਾ ਕੇ ਮਾਹੌਲ ਦੇਖਣਾ ਹੁੰਦਾ ਸੀ ਮੇਲੇ ਵਰਗਾ ਤਾਂ ਵੀ ਇੱਥੇ ਆਉਂਦੇ ਸੀ। ਪਰ ਅੱਜ ਇਹ ਕਿਸਾਨ ਉਹਨਾਂ ਨੂੰ ਭੈੜੇ ਲੱਗਦੇ। ਉਹਦੇ ਪਿੱਛੇ ਕਈ ਕਾਰਨ ਲੁਕੇ ਹੋਏ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ। ਪਰ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਨਾਲ ਮੈਂ ਨਿੱਜੀ ਤੌਰ ਦੇ ਉੱਤੇ ਫੋਨ ਤੇ ਗੱਲ ਕੀਤੀ, ਇਹੀ ਸਵਾਲ ਕੀਤਾ। ਮੈਂ ਕਿਹਾ ਜੀ ਕਿ ਦੇਖੋ ਹੁਣ ਸਿੰਘੂ ਬਾਰਡਰ ਦੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਪਰੇ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ। ਪਿੰਡਾਂ ਦੇ ਲੋਕ ਬੜੇ ਪਰੇਸ਼ਾਨ ਆ। ਉਹ ਕਹਿੰਦੇ ਜੀ ਕਿ ਅਸੀਂ ਕਦੋਂ ਰੋਕ ਕੇ ਰੱਖਿਆ ਰਾਹ, ਅਸੀਂ ਤਾਂ ਬਿਲਕੁਲ ਇੱਕ ਸਾਈਡ ਦੇ ਉੱਤੇ ਬੈਠੇ ਆ, ਸੜਕ ਤਾਂ ਪਹਿਲਾਂ ਹੀ ਖੁੱਲੀ ਹੈ, ਪਰ ਸਭ ਤੋਂ ਮੂਹਰੇ ਜਾ ਕੇ ਪੁਲਿਸ ਨੇ ਬੈਰੀਕੇਡ ਲਾਏ ਹੋਏ ਆ। ਇਹ ਪੁਲਿਸ ਵਾਲਿਆਂ ਨੂੰ ਕਹਿਣ ਵੀ ਬੈਰੀਕੇਡ ਪਰੇ ਕਰੋ ਤੇ ਰਾਹ ਖੁੱਲ੍ਹਾ ਹੀ ਹੋਇਆ। ਜੇਕਰ ਸਾਡੇ ਵੱਲੋਂ ਰਾਹ ਤੰਗ ਕੀਤਾ ਗਿਆ ਜਾਂ ਬੰਦ ਕੀਤਾ ਗਿਆ ਤਾਂ ਦੱਸਣ, ਅਸੀਂ ਤਾਂ ਰਾਹ ਖੋਲ੍ਹ ਕੇ ਹੀ ਬੈਠੇ ਆ। ਪਰ ਜੇਕਰ ਪੁਲਿਸ ਨੂੰ ਇਹ ਲੱਗਦਾ ਕਿ ਅਸੀਂ ਕਿਤੇ ਦਿੱਲੀ ਦੇ ਵਿੱਚ ਨਾ ਵੜ ਜਾਈਏ ਤਾਂ ਫਿਰ ਤਾਂ ਪੁਲਿਸ ਦੀ ਗਲਤੀ ਆ।
ਪੁਲਿਸ ਨੂੰ ਆਪਦੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ, ਪਤਾ ਹੋਵੇ ਕਿ ਇੱਦਾਂ ਨਹੀਂ ਕੁਝ ਹੁੰਦਾ ਤੇ ਫਿਰ ਗੱਲ ਵੱਖਰੀ ਹੋਊਗੀ। ਪਰ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪੁਲਿਸ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ, ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ। ਅਸੀਂ ਤਾਂ ਇਹਨਾਂ ਦਾ ਸਤਿਕਾਰ ਕਰਦੇ ਆ, ਇਹ ਪਿੰਡਾਂ ਦੇ ਲੋਕ ਸਾਡੇ ਨਾਲ ਰਹੇ ਆ, ਹੁਣ ਤੱਕ ਦੁੱਧ ਦਹੀਂ ਲੰਗਰ ਦਾ ਪ੍ਰਬੰਧ ਇਹ ਕਰਦੇ ਰਹੇ ਆ। ਅਸੀਂ ਬਦਲੇ ਦੇ ਵਿੱਚ ਇਹਨਾਂ ਨੂੰ ਪਿਆਰ ਸਤਿਕਾਰ ਜਿੰਨਾ ਦੇ ਸਕਦੇ ਦਿੰਦੇ ਰਹੇ ਆ। ਅਸੀਂ ਇਹਨਾਂ ਦੇ ਨਾਲ ਮੁਹੱਬਤ ਦੀ ਸਾਂਝ ਦੀ ਤੰਦ ਪੀੜੀ ਕੀਤੀ ਹੈ। ਪਰ ਜੇਕਰ ਹੁਣ ਰਾਜਨੀਤਿਕ ਚੱਕਰ ਦੇ ਵਿੱਚ ਇਹਨਾਂ ਲੋਕਾਂ ਨਾਲ ਮੋਢਾ ਵਰਤਿਆ ਜਾਵੇ ਤਾਂ ਇਹਦੇ ਵਿੱਚ ਸਾਡਾ ਕਸੂਰ ਕੀ ਹੈ। ਸੋ ਲਗਾਤਾਰ ਕਿਸਾਨ ਅੰਦੋਲਨ ਨੂੰ ਬਹੁਤ ਸਾਰੀਆਂ ਚੁਣੌਤੀਆਂ। ਲੰਘੇ ਕੱਲ ਵੀ ਨਰਿੰਦਰ ਸਿੰਘ ਤੋਮਰ ਨੇ ਇਹ ਗੱਲ ਕਹੀ ਹੈ ਕਿ ਕਿਸਾਨ ਬਾतचीत के लिए आगे आए मगर अपनी जिद छोड़ कर आए। ਕਹਿਣ ਦਾ ਭਾਵ ਹੈ ਕਿ ਆਪਾਂ ਆਪਦੀ ਜਿੱਦ ਦੇ ਉੱਤੇ ਬਰਕਰਾਰ ਰਹਿਣਾ ਕਿ ਇਹ ਕਿਸਾਨ ਤਾਂ ਖਰੀਦੇ ਹੋਏ ਆ, ਇਹ ਤਾਂ ਅੱਤਵਾਦੀ ਆ, ਇਹ ਕੋਈ ਸਹੀ ਅੰਦੋਲਨ ਕਰਨ ਵਾਲੇ ਨਹੀਂ, ਇਹ ਤਾਂ ਉਗਰ ਹੋਣ ਵਾਲੇ ਲੋਕ ਆ। ਅਸੀਂ ਨਹੀਂ ਕਾਨੂੰਨ ਰੱਦ ਕਰਨੇ, ਇਹ ਕਾਨੂੰਨ ਤਾਂ ਹੈ ਹੀ ਬਹੁਤ ਵਧੀਆ, ਆਪਣੀ ਇਹ ਜਿੱਦ ਪੁੱਗ ਜੇ। ਪਰ ਜੇਕਰ ਕਿਸਾਨ ਆਪਣੀ ਹੱਕੀ ਮੰਗ ਦੇ ਲਈ ਅੜੇ ਬੈਠੇ ਆ ਤਾਂ ਇਹ ਗੱਲ ਕਹਿਣੀ ਕਿ ਜ਼ਿੱਦੀ ਹਨ, ਇਹਨਾਂ ਨੂੰ ਜਿੱਦ ਛੱਡ ਦੇਣੀ ਚਾਹੀਦੀ ਹੈ। 3 ਕਾਨੂੰਨ ਰੱਦ ਕਰਨ ਤੋਂ ਬਿਨਾਂ ਹੋਰ ਜਿਹੜੀ ਮਰਜ਼ੀ ਗੱਲ ਕਰ ਲੈਣ ਤੇ ਹੋਰ ਕਿਹੜੀ ਗੱਲ ਕਰਨੀ ਆ। ਇਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਕਾਨੂੰਨਾਂ ਦੇ ਵਿੱਚ ਸੋਧ ਦੀ ਗੱਲ ਕਰ ਲਓ, ਪਰ ਕਿਸਾਨ ਕਹਿੰਦੇ ਨਹੀਂ, ਸੋਧਾਂ ਸਾਧਾਂ ਦੀ ਕੋਈ ਗੱਲ ਨਹੀਂ। ਜੇਕਰ ਇਸ ਗੱਲ ਤੇ ਮੰਨਣਾ ਹੁੰਦਾ ਪਹਿਲੇ ਮਹੀਨੇ ਹੀ ਮੰਨ ਜਾਂਦੇ, ਹੁਣ ਤਾਂ ਇਹ ਰੱਦ ਹੋਣਗੇ, ਜਾਂ ਅਸੀਂ ਮਰਾਂਗੇ ਜਾਂ ਅਸੀਂ ਜਿੱਤਾਂਗੇ। ਲੱਗਦਾ ਇਹ ਹੈ ਵੀ ਕਾਂਗਰਸ ਵਿਚਲਾ ਕਲੇਸ਼ ਜਾਂ ਤਾਂ ਹੁਣ ਮੁੱਕ ਜੂ ਤੇ ਜਾਂ ਫਿਰ ਇੱਕਦਮ ਬਹੁਤ ਵੱਡਾ ਧਮਾਕਾ ਹੋਣ ਲੱਗਾ। ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ, ਯਾਨੀ ਕਿ ਨਵੇਂ ਚੜ੍ਹਨ ਵਾਲੇ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਕਾਂਗਰਸ ਦੇ ਵਿੱਚ ਪੰਜਾਬ ਦੇ ਅੰਦਰ ਬਹੁਤ ਵੱਡੀ ਰੱਦੋ ਬਦਲ ਹੋਣ ਵਾਲੀ ਹੈ। ਪਤਾ ਲੱਗਾ ਜੀ ਕਿ ਗਾਂਧੀ ਪਰਿਵਾਰ ਦੇ ਵੱਲੋਂ ਸਾਰੀਆਂ ਗਿਣਤੀਆਂ ਮਿਣਤੀਆਂ ਗੁਣਾ ਘਟਾਓ ਜਰਬਾਂ ਤਕਸੀਮਾਂ ਕਰ ਲਈਆਂ ਗਈਆਂ ਵੀ ਕਿਹਨੂੰ ਅਸੀਂ ਕਿੱਥੇ ਜੇ ਫਿੱਟ ਕਰਨਾ ਤੇ ਕਿਹਨੂੰ ਅਸੀਂ ਕਿੱਥੇ ਜੇ ਫਿੱਟ ਕਰਨਾ। ਲੰਘੇ ਕੱਲ ਵੈਸੇ ਚਰਚਾ ਬਹੁਤ ਗਰਮ ਰਹੀ ਹੈ। ਅਸ਼ਵਨੀ ਸੇਖੜੀ ਜਿਹੜੇ ਕਿ ਹੁਣ ਤੱਕ 3 ਵਾਰ ਕਾਂਗਰਸੀ ਵਿਧਾਇਕ ਰਹੇ ਆ, ਉਹਨਾਂ ਦੇ ਅਕਾਲੀ ਦਲ ਦੇ ਵਿੱਚ ਜਾਣ ਦੀ ਚਰਚਾ ਨੇ ਜ਼ੋਰ ਫੜ ਲਿਆ। ਉਧਰੋਂ ਪਤਾ ਲੱਗਾ ਜੀ ਕਿ ਡਾਕਟਰ ਰਾਜਕੁਮਾਰ ਵੇਰਕਾ ਨੇ ਉਹਨਾਂ ਨੂੰ ਮਨਾਉਣ ਦੀ ਜਾਂ ਪਤਿਆਉਣ ਦੀ ਕੋਸ਼ਿਸ਼ ਕੀਤੀ ਵੀ ਨਹੀਂ ਤੁਹਾਡਾ ਪਾਰਟੀ ਦੇ ਵਿੱਚ ਬਹੁਤ ਵੱਡਾ ਨਾਂ ਥਾਂ ਸਨਮਾਨ ਆ। ਪਰ ਪਤਾ ਹੀ ਆ ਕਿਹਦਾ ਕਿੰਨਾ ਸਨਮਾਨ ਕਿੱਥੇ ਹੈ। ਪਰ ਦੂਜੀ ਗੱਲ ਇਹ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਫੋਨ ਤੇ ਗੱਲਬਾਤ ਕੀਤੀ। ਉਹਨਾਂ ਨੇ ਤਾਂ ਦਾਅਵਾ ਵੀ ਕਰਤਾ ਕਿ ਸੇਖੜੀ ਸਾਡੇ ਆਪਣੇ ਹਨ, ਹਿੱਕ ਦੇ ਵਾਲ ਵਰਗੇ, ਇਹ ਕਿਤੇ ਨਹੀਂ ਚੱਲੇ ਤੇ ਐਵੇਂ ਗੱਲਾਂ ਜਾਣਬੁੱਝ ਕੇ ਉਛਾਲੀਆਂ ਜਾ ਰਹੀਆਂ। ਉਸ ਤੋਂ ਬਾਅਦ ਕਹਿੰਦੇ ਹਰੀਸ਼ ਰਾਵਤ ਹੋਰਾਂ ਦਾ ਫੋਨ, ਜਿਹੜੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਆ, ਸੇਖੜੀ ਹੋਰਾਂ ਨੂੰ ਚਲਾ ਗਿਆ ਉਹਨਾਂ ਦਾ ਫੋਨ। ਫਿਰ ਕਹਿੰਦੇ ਅਚਾਨਕ ਸੇਖੜੀ ਸਾਹਿਬ ਬਿਮਾਰ ਹੋ ਗਏ, ਉਹ ਹਸਪਤਾਲ ਦੇ ਵਿੱਚ ਭਰਤੀ ਹੋ ਗਏ। ਇਹ ਹੁਣ ਰਾਜਨੀਤਿਕ ਬੁਖਾਰ ਆ ਜਾਂ ਕੋਈ ਇਹਦੇ ਪਿੱਛੇ ਹੋਰ ਕਾਰਨ ਆ, ਕੁਝ ਕਹਿ ਨਹੀਂ ਸਕਦੇ। ਪਰ ਕਹਿੰਦੇ ਵੀ ਉਹ ਅਚਾਨਕ ਢਿੱਲੇ ਜੇ ਹੋ ਗਏ ਤੇ ਹਸਪਤਾਲ ਦੇ ਵਿੱਚ ਭਰਤੀ ਹੋ ਗਏ ਆ। ਸਮਾਂ ਦੱਸੂਗਾ ਆਉਂਦੇ ਸਮੇਂ ਦੇ ਵਿੱਚ ਕੀ ਤੋਂ ਕੀ ਬਣਦਾ। ਪਰ ਇਉਂ ਕਦੇ ਕਦੇ ਪ੍ਰਤੀਤ ਹੁੰਦਾ ਜਿਵੇਂ ਕੱਲ ਕੁੰਵਰ ਵਿਜੇ ਪ੍ਰਤਾਪ ਦੇ ਘਰ ਦਾ ਘਿਰਾਓ ਕਰਨ ਗਏ ਆ ਅਕਾਲੀ ਦਲ ਦੇ ਆਗੂ। ਉਹਨਾਂ ਨੇ ਕਿਹਾ ਜੀ ਕਿ ਕੁੰਵਰ ਵਿਜੇ ਪ੍ਰਤਾਪ ਜਦੋਂ IG ਸੀ, ਇਹਨੇ ਕਦੇ ਵੀ ਤਸਕਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਤਸਕਰ ਹਿਮਾਚਲ ਪ੍ਰਦੇਸ਼ ਵਾਲਾ ਇਹਦਾ ਪੱਕਾ ਆੜੀ ਆ, ਜੁੰਡੀ ਦਾ ਯਾਰ ਆ। ਇਸ ਕਰਕੇ ਹੁਣ ਇਹ ਜਦੋਂ ਨਸ਼ਿਆਂ ਦੀ ਖਿਲਾਫਤ ਕਰਦੇ, ਅਸੀਂ ਬਹੁਤ ਵਿਰੋਧਤਾ ਕਰਦੇ ਹਾਂ। ਇਹ ਕੁੰਵਰ ਵਿਜੇ ਪ੍ਰਤਾਪ ਤੇ ਦੀ ਪਾਰਟੀ ਕਹਿਣੀ ਤੇ ਕਰਨੀ ਦੀ ਪੂਰੀ ਨਹੀਂ, ਅਕਾਲੀ ਦਲ ਦੇ ਕਹਿਣ ਦੇ ਮੁਤਾਬਕ। ਜਦੋਂ ਇਹੋ ਜਿਹੀਆਂ ਖਬਰਾਂ ਪੜ੍ਹਦੇ ਸੁਣਦੇ ਦੇਖਦੇ ਆ ਤਾਂ ਇਉਂ ਨਹੀਂ ਲੱਗਦਾ ਵੀ ਭਾਈ 7-8 ਮਹੀਨਿਆਂ ਬਾਅਦ ਪੰਜਾਬ 'ਚ ਵੋਟਾਂ ਪੈਣੀਆਂ। ਇਉਂ ਲੱਗਦਾ ਵੀ ਬਸ ਹਫ਼ਤੇ ਕੁ ਬਾਅਦ ਪੈ ਜਾਣੀਆਂ, ਕਿਉਂਕਿ ਰੌਲਾ ਰੱਪਾ ਇਸ ਪੱਧਰ ਦੇ ਉੱਤੇ ਹੁਣ ਤੱਕ ਵੱਧ ਚੁੱਕਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਦਿੱਲੀ ਦੇ ਵਿੱਚ ਕਦੋਂ ਪਹੁੰਚਣਾ, ਕਿਹੜੀ ਸੰਭਾਵਨਾ ਹੈਗੀ ਆ, ਉਹਨੂੰ ਕਿਹੜੇ ਰੁਤਬੇ ਦੀ ਆਸ ਹੈਗੀ ਆ, ਤੇ ਪੰਜਾਬ ਕਾਂਗਰਸ ਦੇ ਵਿੱਚ ਕੀ ਕੁਝ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ। ਕਿਉਂਕਿ ਜਦੋਂ ਤੱਕ ਅਸੀਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ, ਨਵਜੋਤ ਸਿੰਘ ਸਿੱਧੂ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਹੋਣੇ ਆ ਤੇ ਅੱਜ ਉਹਨਾਂ ਦੇ ਨਾਲ ਹੋ ਸਕਦਾ ਆਰ-ਪਾਰ ਦੀ ਗੱਲਬਾਤ ਹਾਈਕਮਾਨ ਕਰ ਵੀ ਲਵੇ। ਪਹਿਲਾਂ ਰਿਪੋਰਟ ਤੇ ਫਿਰ ਟਿੱਪਣੀ। ਪੰਜਾਬ ਕਾਂਗਰਸ ਦੇ ਵਿੱਚ ਵੱਡਾ ਫੇਰ-ਬਦਲ ਹੋ ਸਕਦਾ ਹੈ, ਇਸ ਦੀ ਤਿਆਰੀ ਹਾਈਕਮਾਨ ਨੇ ਤਕਰੀਬਨ ਕਰ ਹੀ ਲਈ ਹੈ। ਇਹ ਐਲਾਨ ਛੇਤੀ ਹੋ ਸਕਦਾ ਹੈ। ਮੰਨਿਆ ਜਾ ਰਿਹਾ ਕਿ ਹਾਈਕਮਾਨ ਦਾ ਫੈਸਲਾ ਲਾਗੂ ਹੋਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਹਿਲਜੁਲ ਤੇਜ਼ ਹੋ ਜਾਵੇਗੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਹਾਈਕਮਾਨ ਵੱਲੋਂ ਬਾਗੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਜਿਸ ਨਾਲ ਪਾਰਟੀ ਦੇ ਅੰਦਰ ਵੀ ਸਮੀਕਰਨ ਬਦਲਣਗੇ। ਸੂਤਰਾਂ ਮੁਤਾਬਕ ਹਾਈਕਮਾਨ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਕਾਂਗਰਸ ਦੇ ਸਾਰੇ ਵਿਵਾਦ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕਰਕੇ ਸੂਬਾ ਕਾਂਗਰਸ ਦੇ ਵਿੱਚ ਹਲਚਲ ਪਾਈ ਜਾ ਰਹੀ ਹੈ। ਅਹਿਮ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਤੋਂ ਕੈਪਟਨ ਧੜਾ ਕਾਫੀ ਚਿੰਤਾ ਜ਼ਾਹਰ ਕਰ ਰਿਹਾ ਹੈ। ਜਦੋਂ ਕੈਪਟਨ 3 ਮੈਂਬਰੀ ਕਮੇਟੀ ਨਾਲ ਗੱਲਬਾਤ ਕਰਕੇ ਨਵੀਂ ਦਿੱਲੀ ਤੋਂ ਵਾਪਸ ਪਰਤੇ ਸਨ। ਕਮੇਟੀ ਦੇ ਸਖਤ ਰਵੱਈਏ ਤੋਂ ਨਿਰਾਸ਼ ਕੈਪਟਨ ਉਦੋਂ ਸੋਨੀਆ ਤੇ ਰਾਹੁਲ ਦੇ ਨਾਲ ਬਿਨਾਂ ਮੁਲਾਕਾਤ ਪੰਜਾਬ ਵਾਪਸ ਪਰਤ ਆਏ। ਕੈਪਟਨ ਦੇ ਨਜ਼ਦੀਕੀ ਸਲਾਹਕਾਰਾਂ ਵੱਲੋਂ ਦਿੱਤੇ ਸੰਕੇਤਾਂ ਨੇ ਸਪਸ਼ਟ ਕਰ ਦਿੱਤਾ ਕਿ ਹਾਈਕਮਾਂਡ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ਦੇ ਉੱਤੇ ਪਾਰਟੀ ਤੋਂ ਵੱਖ ਕਰਨ ਦੇ ਲਈ ਤਿਆਰ ਨਹੀਂ। ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਉਹਨਾਂ ਨੂੰ ਸੂਬਾ ਕਾਂਗਰਸ ਤੇ ਸਰਕਾਰ ਵਿੱਚ ਸਤਿਕਾਰਯੋਗ ਸਥਾਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹਦੇ ਨਾਲ ਹੀ ਸਿੱਧੂ ਇਨੀ ਦਿਨੀ ਕੁਝ ਬਦਲਦੇ ਵੀ ਨਜ਼ਰ ਆ ਰਹੇ ਨੇ। ਉਹਨਾਂ ਕੈਪਟਨ ਦੇ ਪੱਖ ਤੋਂ ਤਿੱਖੇ ਟਵੀਟ ਰਾਜ ਸਰਕਾਰ ਦੇ ਅਧਿਕਾਰੀਆਂ ਵੱਲ ਮੋੜ ਦਿੱਤੇ ਨੇ। ਇਸੇ ਲਈ ਉਹਨਾਂ ਸੂਬੇ ਦੇ DGP ਦੇ ਉੱਤੇ ਪਹਿਲਾ ਹਮਲਾ ਕੀਤਾ ਸੀ। ਪਾਰਟੀ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ
ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਨੇ ਹਾਈ ਕਮਾਂਡ ਨੂੰ ਚਿੰਤਤ ਕਰ ਦਿੱਤਾ ਹੈ। ਸੂਬਾ ਇਕਾਈ ਦੇ ਵਿਵਾਦ ਨੂੰ ਸੁਲਝਾਉਣ ਦੇ ਲਈ ਕਿਸੇ ਦਰਮਿਆਨੇ ਰਾਹ ਦੀ ਭਾਲ ਕਰ ਰਹੀ ਕਾਂਗਰਸ ਹਾਈ ਕਮਾਂਡ ਨੇ ਹੁਣ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣ ਦਾ ਫੈਸਲਾ ਕਰ ਲਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਕਾਂਗਰਸ ਦੇ ਵਿੱਚ ਜਿਹੜਾ ਮਸਲਾ ਪੈਦਾ ਹੋਵੇ ਉਹ ਛੇਤੀ ਕਿਤੇ ਸੁਲਝਦਾ ਨਹੀਂ ਹੁੰਦਾ। ਇਹ ਗੱਲ ਇਕੱਲੇ ਪੰਜਾਬ ਦੀ ਨਹੀਂ, ਇਹ ਗੱਲ ਭਾਰਤ ਦੇ ਬਾਕੀ ਸੂਬਿਆਂ ਦੇ ਉੱਤੇ ਵੀ ਲਾਗੂ ਹੁੰਦੀ ਹੈ। ਇਸ ਵੇਲੇ ਵੀ ਪੰਜਾਬ ਦੇ ਵਿੱਚ ਜਿਵੇਂ ਕਲੇਸ਼ ਚੱਲ ਰਿਹਾ, ਬਾਕੀ ਸੂਬਿਆਂ ਦੇ ਵਿੱਚ ਵੀ ਕਾਂਗਰਸ ਦੇ ਅੰਦਰ ਇਹੋ ਜਿਹਾ ਹੀ ਕਲੇਸ਼ ਚੱਲ ਰਿਹਾ। ਕਿਤੇ 19-21 ਦੇ ਫਰਕ ਦੇ ਨਾਲ ਮਾੜਾ ਮੋਟਾ ਅੰਤਰ ਹੈ, ਨਹੀਂ ਤਾਂ ਲਗਭਗ ਪੰਜਾਬ ਵਾਲਾ ਹੀ ਸਾਰਾ ਕੁਝ ਹੈਗਾ। ਪਰ ਕਾਂਗਰਸ ਹਾਈ ਕਮਾਨ ਆ ਜਿਹੜੀ ਉਹ ਛੇਤੀ ਕਿਤੇ ਸ਼ਾਇਦ ਇਸ ਕਰਕੇ ਨਹੀਂ ਫਿਕਰ ਕਰਦੀ ਵੀ ਚਲੋ ਇਹ ਲੜੀ ਜਾਣ ਦਿਓ, ਆਪਾਂ ਤਾਂ ਬਿਲਕੁਲ ਅਖੀਰ ਦੇ ਉੱਤੇ ਜਾਵਾਂਗੇ। ਜਿਹੜੀਆਂ ਸਥਾਨਕ ਖੇਤਰੀ ਪਾਰਟੀਆਂ ਹੁੰਦੀਆਂ ਉਹਨਾਂ ਦੇ ਵਿੱਚ ਲੜਾਈ ਨੂੰ ਛੇਤੀ ਸੁਲਝਾ ਲਿਆ ਜਾਂਦਾ। ਪਰ ਇੱਥੇ ਜੋ ਦਿੱਲੀ ਦੇ ਵਿੱਚ ਹਾਈ ਕਮਾਨ ਬੈਠੀ ਹੈ ਕਾਂਗਰਸ ਦੀ, ਇੱਧਰ ਤੱਕ ਕਿਸੇ ਸੂਬੇ 'ਚ ਲੜਾਈ ਹੋ ਰਹੀ ਹੁੰਦੀ ਆ ਅਤੇ ਉੱਧਰੋਂ ਅੱਧੇ ਕੁ ਜਿਹੜੇ ਕਾਂਗਰਸੀ ਨੇਤਾ ਕਿਸੇ ਹੋਰ ਸੂਬੇ 'ਚ ਪਹੁੰਚ ਜਾਂਦੇ ਆ। ਕੋਈ ਇਟਲੀ ਵੱਲ ਜਾ ਰਿਹਾ ਹੁੰਦਾ, ਕਿਸੇ ਨੂੰ ਇੰਗਲੈਂਡ ਦੇ ਵੱਲ ਘੁੰਮਣ ਫਿਰਨ ਦੀ ਹੁੰਦੀ ਆ, ਕਿਸੇ ਨੂੰ ਕਿਤੇ ਉਹ ਆਪਣੇ ਘਰ ਨੂੰ ਲਿਪਣ ਪੋਚਣ ਦੇ ਵੱਲ ਘੱਟ ਖਿਆਲ ਕਰਦੇ ਆ। ਮੈਨੂੰ ਕਦੇ ਕਦੇ ਉਹ ਵੀ ਵੇਲਾ ਚੇਤੇ ਆਉਂਦਾ ਜਦੋਂ ਵਿਧਾਨ ਸਭਾ ਦੀਆਂ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ, ਬਾਕੀ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਦਿੰਦੀਆਂ ਪਹਿਲਾਂ ਹੀ, ਅਤੇ ਉਹ ਉਮੀਦਵਾਰ ਆਪਣੇ ਹਲਕੇ ਦੇ ਵਿੱਚ 2-2 3-3 ਵਾਰ ਦੌਰਾ ਵੀ ਕਰਾਉਂਦੇ ਆ। ਪਰ ਕਾਂਗਰਸ ਹਾਲੇ ਸੋਚ ਰਹੀ ਹੁੰਦੀ ਹੈ ਕਿ ਆਪਾਂ ਕਿਹੜੀ ਥਾਂ ਤੋਂ ਕਿਹਨੂੰ ਟਿਕਟ ਦੇਣੀ ਆ, ਅਤੇ ਬਿਲਕੁਲ ਐਨ ਮੌਕੇ ਦੇ ਉੱਤੇ ਆ ਕੇ ਕੁਝ ਕੁ ਦਿਨ ਪਹਿਲਾਂ ਟਿਕਟ ਦਿੱਤੀ ਜਾਂਦੀ ਹੈ, ਅਤੇ ਜਿਹਦੇ ਕਰਕੇ ਸ਼ਾਇਦ ਕਾਂਗਰਸ ਪਾਰਟੀ ਦਾ ਹਾਲ ਕਈ ਵਾਰ ਮਾੜਾ ਹੁੰਦਾ ਅਸੀਂ ਦੇਖਿਆ। ਪਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਿੱਥੇ ਬਿਠਾਇਆ ਜਾਊ, ਸਵਾਲ ਇਹ ਆ। ਹੁਣ ਗੱਲ ਇਹ ਪੱਕੀ ਲੱਗਦੀ ਹੈ ਵੀ ਜੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਪ੍ਰਧਾਨਗੀ ਜਾਂ ਡਿਪਟੀ CM ਦੀ ਗੱਲ ਦੇ ਉੱਤੇ ਅੜੀ ਰਹੀ ਹਾਈ ਕਮਾਨ, ਤਾਂ ਫਿਰ ਕੈਪਟਨ ਧੜੇ ਨੇ ਇੱਕ ਪਾਸੇ ਹੋ ਜਾਣਾ। ਸ਼ਾਇਦ ਉਹ ਆਪ ਹੀ ਕਾਂਗਰਸ ਦੇ ਨਾਲ ਉਸ ਰੂਪ ਦੇ ਵਿੱਚ ਨਾ ਤੁਰੇ, ਉਹ ਧੜਾ ਜਿਹੜੇ ਰੂਪ ਦੇ ਵਿੱਚ ਹੁਣ ਤੱਕ ਤੁਰਦਾ ਆਇਆ। ਪਰ ਜੇਕਰ ਸਿੱਧੂ ਨੂੰ ਉਹਦੇ ਸਨਮਾਨ ਦੇ ਮੁਤਾਬਕ ਉਹਦਾ ਨਹੀਂ ਮਿਲਦਾ, ਤਾਂ ਫਿਰ ਹੋ ਸਕਦਾ ਸਿੱਧੂ ਧੜਾ ਵੀ ਹੈ ਜਿਹੜਾ ਉਹ ਕਾਂਗਰਸ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਾਫੀ ਕੁਝ ਨੁਕਸਾਨ ਦੇ ਰੂਪ ਦੇ ਵਿੱਚ ਕਰੇ। ਸੋ ਹਾਈ ਕਮਾਨ ਦੇ ਲਈ ਇਹ ਬੜੀ ਟੇਢੀ ਖੀਰ ਵਾਲੀ ਗੱਲ ਹੈ ਵੀ ਕਿਹਨੂੰ ਅਸੀਂ ਕਿੱਥੇ ਜੇ ਰੱਖਣਾ। ਕੋਈ ਇਹਦੇ ਵਿੱਚ ਦੋ ਰਾਇਆ ਨਹੀਂ ਕਿ ਪੰਜਾਬ ਦੀ ਸਰਕਾਰ ਨੇ ਕੀਤੇ ਹੋਏ ਵਾਅਦਿਆਂ ਦੇ ਵਿੱਚੋਂ ਕੋਈ ਵਾਅਦਾ ਇਸ ਤਰੀਕੇ ਨਾਲ ਪੂਰਾ ਨਹੀਂ ਕੀਤਾ ਵੀ ਅਸੀਂ ਕਹੀਏ ਵੀ ਤਲੀ ਦੇ ਉੱਤੇ ਸਰੋਂ ਜਮਾ ਕੇ ਰੱਖਤੀ ਆ। ਇਸ ਵਕਤ ਬੇਰੁਜ਼ਗਾਰ ਸੰਘਰਸ਼ ਦੇ ਰਾਹ ਦੇ ਉੱਤੇ ਆ, ਇਸ ਵਕਤ ਕਿਸਾਨ ਆ ਜਿਹੜੇ ਉਹ ਸੰਘਰਸ਼ ਦੇ ਰਾਹ ਦੇ ਉੱਤੇ ਆ। ਕਿਹੜਾ ਐਸਾ ਵਰਗਾ ਲਾਈਨਮੈਨ ਇਸ ਵੇਲੇ ਸੰਘਰਸ਼ ਦੇ ਰਾਹ ਦੇ ਉੱਤੇ ਆ। ਬਿਜਲੀ ਬੋਰਡ ਦੇ ਕਰਮਚਾਰੀ ਸਮੁੱਚੇ ਸੰਘਰਸ਼ ਦੇ ਰਾਹ ਦੇ ਉੱਤੇ ਆ। ਜੋ ਬੈਂਕਾਂ ਦੇ ਮੁਲਾਜ਼ਮ ਆ ਉਹ ਵੀ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ, ਭਾਵੇਂ ਉਹ ਕੇਂਦਰ ਦੇ ਕਰਕੇ ਆ। ਜੋ DC ਦਫ਼ਤਰਾਂ ਦੇ ਵਿੱਚ ਕਲੈਰੀਕਲ ਸਟਾਫ ਆ ਉਹ ਵੀ ਇਸ ਵਕਤ ਸੰਘਰਸ਼ ਦੇ ਰਾਹ ਦੇ ਉੱਤੇ ਆ। ਕਿਹੜਾ ਵਰਗਾ ਜਿਹੜਾ ਇਸ ਵਕਤ ਸਰਕਾਰ ਤੋਂ ਸੰਤੁਸ਼ਟ ਹੈ। ਮਹਿੰਗਾਈ ਨੇ ਲੋਕਾਂ ਦੀ ਚੀਕ ਕੱਢੀ ਪਈ ਹੈ। ਸੂਬੇ ਦੀ ਸਰਕਾਰ ਜੇਕਰ ਡੀਜ਼ਲ ਪੈਟਰੋਲ ਦੇ ਉੱਤੇ ਲੱਗਣ ਵਾਲਾ ਵੈਟ ਘਟਾ ਦੇਵੇ ਤਾਂ ਪੰਜਾਬ ਦੇ ਵਿੱਚ ਕੱਲ੍ਹ ਨੂੰ ਭਾਵੇਂ ਤੁਸੀਂ 12 ਰੁਪਏ 15 ਰੁਪਏ ਲੀਟਰ ਸਸਤਾ ਕਰ ਲਓ ਪੈਟਰੋਲ ਤੇ ਡੀਜ਼ਲ, ਪਰ ਉਹਨਾਂ ਨੂੰ ਇਹ ਆ ਵੀ ਰੁਪਈਏ ਕਮਾ ਲਈਏ, ਬਾਕੀ ਲੋਕ ਭਾਵੇਂ ਢੱਠੇ ਖੂਹ ਦੇ ਵਿੱਚ ਜਾਣ। ਅਤੇ ਲੋਕ ਵੀ ਉਹੋ ਜਿਹੀ ਆ, ਸਵਾਦ ਲਈ ਜਾਂਦੇ ਆ। ਘਰ ਦੇ ਵਿੱਚ ਬੈਠ ਕੇ ਜਿੱਥੇ 4 ਜਣੇ ਬੈਠਦੇ ਆ, ਉਹਨੇ ਉਹਨੂੰ ਮਾੜਾ ਕਹਿਤਾ, ਉਹਨੇ ਉਹਨੂੰ ਮਾੜਾ ਕਹਿਤਾ, ਪਰ ਬਾਹਰ ਕੋਈ ਨਹੀਂ ਨਿਕਲ ਕੇ ਵਿਰੋਧਤਾ ਕਰਦਾ। ਅਤੇ ਸਾਡੇ ਰਾਜਨੀਤਿਕ ਲੋਕ ਜਾਣਦੇ ਆ ਵੀ ਸਾਡੇ ਵਿੱਚ ਕਣੀ ਕਿੰਨੀ ਕੁ, ਅਸੀਂ ਕਿੱਥੇ ਜੇ ਰੌਲਾ ਪਾ ਸਕਦੇ ਹਾਂ ਅਤੇ ਕਿੱਥੇ ਅਸੀਂ ਚੁੱਪ ਰਹਿੰਦੇ ਹਾਂ। ਸੋ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਦਾ ਜਿਹੜਾ ਰੌਲਾ, ਇਹ ਸੰਕਟ ਆ, ਇਹ ਬਾਕੀ ਰਾਜਨੀਤਿਕ ਪਾਰਟੀਆਂ ਦੇ ਕਿੰਨੇ ਕੁ ਪੈਰ ਪੱਕੇ ਕਰਦਾ ਪੰਜਾਬ ਦੇ ਵਿੱਚ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ। ਭਾਰਤ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਵਿੱਚ ਲੋਕਾਂ ਦੀ ਜਿੰਨੇ ਵੱਡੇ ਪੱਧਰ ਦੇ ਉੱਤੇ ਮੌਤ ਹੋਈ ਆਪਾਂ ਸਾਰੇ ਜਾਣਦੇ ਹਾਂ। ਪਰ ਯੂਪੀ ਜਿੱਥੇ ਕਿ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ, ਉੱਥੋਂ ਦੇ ਬਹੁ ਗਿਣਤੀ ਦੇ ਤਾਂ ਇੱਕੋ ਗੱਲ ਕਹਿੰਦੇ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਤਾਂ ਵਿਕਾਸ ਤੋਂ ਲਹਿਰਾਂ ਬਹਿਰਾਂ, ਕਰੋਨਾ ਤਾਂ ਅਸੀਂ ਪੈਂਦੀ ਸੱਟੇ ਕਾਬੂ ਕਰ ਲਿਆ, ਪਰ ਇੱਦਾਂ ਦੀ ਗੱਲ ਹੈ ਨਹੀਂ। ਹੁਣ BJP ਦੇ ਇੱਕ ਸੀਨੀਅਰ ਨੇਤਾ ਦੇ ਵੱਲੋਂ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਗਏ ਯੂਪੀ ਦੇ ਵਿੱਚ। ਉਹਨੇ ਕਿਹਾ ਜੀ ਇਕੱਲੇ ਪਿੰਡ ਦੇ ਵਿੱਚ ਘੱਟੋ ਘੱਟ 10-10 ਲੋਕਾਂ ਦੀ ਮੌਤ ਹੋਈ ਹੈ, ਸੱਚਾਈ ਕੋਈ ਨਹੀਂ ਜਿਹੜੇ ਸਰਕਾਰ ਨੇ ਅੰਕੜੇ ਪੇਸ਼ ਕੀਤੇ ਆ। ਇਹ ਗੱਲਾਂ ਕਈ ਹੋਰ ਸੂਬਿਆਂ ਦੇ ਵਿੱਚ ਵੀ ਹੋਈਆਂ, ਮੌਤਾਂ ਦੀ ਗਿਣਤੀ ਹੋਰ ਸੀ ਅਤੇ ਜੋ ਦੱਸੀ ਗਈ ਹੈ ਸਰਕਾਰੀ ਅੰਕੜੇ 'ਚ ਹੋਰ ਹੈ, ਹਕੀਕਤ ਕੁਝ ਹੋਰ ਹੈ। ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਲੋਕਾਂ ਦਾ ਸੰਸਕਾਰ ਹੋਇਆ ਉਹਨਾਂ ਦੀ ਗਿਣਤੀ ਕੁਝ ਹੋਰ ਹੈ, ਅਤੇ ਸਰਕਾਰਾਂ ਨੇ ਕਈ ਤਰੀਕੇ ਦੇ ਨਾਲ ਪਰਦੇਦਾਰੀ ਕੀਤੀ ਹੈ। ਇਹਦੇ ਉੱਤੇ ਪਰਦਾ ਪਾਉਣ ਦੀ ਉਹਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਸਾਂਝਾ ਕਰਦੇ ਹਾਂ ਅਤੇ ਫਿਰ ਕਰਾਂਗੇ ਟਿੱਪਣੀ। ਭਾਰਤੀ ਜਨਤਾ ਪਾਰਟੀ ਦੀ ਸਟੇਟ ਵਰਕਿੰਗ ਕਮੇਟੀ ਦੇ ਮੈਂਬਰ ਤੇ ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਦਾਅਵਾ ਕੀਤਾ ਹੈ ਕਿ ਦੂਜੀ ਲਹਿਰ ਦੇ ਵਿੱਚ ਜਾਗਰੂਕਤਾ ਦੀ ਘਾਟ ਦੇ ਕਰਕੇ ਕਰੋਨਾ ਦੀ ਲਾਗ ਨਾਲ ਯੂਪੀ ਦੇ ਹਰੇਕ ਪਿੰਡ ਦੇ ਵਿੱਚ ਘੱਟੋ ਘੱਟ 10 ਲੋਕਾਂ ਦੀ ਮੌਤ ਹੋਈ ਹੈ। BJP ਨੇਤਾ ਰਾਮ ਇਕਬਾਲ ਸਿੰਘ ਨੇ ਸ਼ਨੀਵਾਰ ਨੂੰ ਸ਼ਾਮੀ ਤੇ ਐਤਵਾਰ ਨੂੰ ਵੀ ਬਲੀਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਪਰੇਸ਼ਾਨ ਹੋ ਗਈ ਹੈ। ਸਾਬਕਾ ਵਿਧਾਇਕ ਰਾਮ ਇਕਬਾਲ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਨੇ ਕਰੋਨਾ ਦੀ ਪਹਿਲੀ ਲਹਿਰ ਤੋਂ ਸਬਕ ਨਹੀਂ ਲਿਆ ਅਤੇ ਇਸ ਕਰਕੇ ਦੂਜੀ ਲਹਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਛੂਤਗ੍ਰਸਤ ਹੋ ਗਏ। ਉਹਨਾਂ ਨੇ ਦਾਅਵਾ ਕੀਤਾ ਕਿ ਅਜਿਹਾ ਕੋਈ ਵੀ ਪਿੰਡ ਨਹੀਂ ਜਿੱਥੇ 10 ਲੋਕਾਂ ਦੀ ਮੌਤ ਯੂਪੀ ਦੇ ਵਿੱਚ ਨਾ ਹੋਈ ਹੋਵੇ। ਉਹਨਾਂ ਨੇ ਲਾਗ ਕਰਕੇ ਆਪਣੀ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ
10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੀ ਮੰਗ ਵੀ ਕੀਤੀ ਹੈ। ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਬਲੀਆ ਜ਼ਿਲ੍ਹੇ ਦੇ ਵਿੱਚ ਸਿਹਤ ਵਿਭਾਗ ਦਾ ਸਾਰਾ ਸਿਸਟਮ ਢਹਿ ਢੇਰੀ ਹੋ ਕੇ ਰਹਿ ਗਿਆ। ਲਾਸ਼ਾਂ ਨਦੀਆਂ ਵਿੱਚ ਤੈਰਦੀਆਂ ਰਹੀਆਂ, ਲਾਸ਼ਾਂ ਦਫਨਾਉਣ ਦੇ ਲਈ ਜਗ੍ਹਾ ਨਹੀਂ ਸੀ, ਸੰਸਕਾਰ ਨੂੰ ਲੋਕ ਤਰਸਦੇ ਰਹੇ ਨੇ। ਤੇ ਅਸੀਂ ਹਾਲੇ ਵੀ ਜੇਕਰ ਇਹ ਗੱਲ ਕਹੀਏ ਕਿ ਸਿਹਤ ਵਿਭਾਗ ਦਾ ਕੰਮ ਸਹੀ ਸੀ ਤਾਂ ਇਸ ਤੋਂ ਵੱਡੀ ਗਲਤੀ ਕੋਈ ਹੋਰ ਨਹੀਂ ਹੋਣੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਬੀਜੇਪੀ ਨੂੰ ਚੌਂ ਪਾਸਿਓਂ ਘੇਰਾ ਪੈ ਰਿਹਾ, ਖਾਸ ਕਰਕੇ ਆਪਣਿਆਂ ਦੇ ਵੱਲੋਂ ਵੀ ਘੇਰਾ ਪਾਇਆ ਜਾ ਰਿਹਾ, ਇਹ ਕੋਈ ਛੋਟੀ ਗੱਲ ਨਹੀਂ। ਕੱਲ੍ਹ ਤੱਕ ਅਸੀਂ ਇਹੀ ਸੋਚਦੇ ਸੀ ਕਿ ਬੀਜੇਪੀ ਹਾਈ ਕਮਾਨ ਦੇ ਮੂਹਰੇ ਕੋਈ ਬੋਲ ਨਹੀਂ ਸਕਦਾ, ਕੋਈ ਕੁਸਕ ਨਹੀਂ ਸਕਦਾ ਕਿਸੇ ਵੀ ਸੂਬੇ ਦੇ ਵਿੱਚ। ਪਰ ਅੱਜ ਹਾਲਾਤ ਇਹ ਬਣੇ ਹੋਏ ਆ ਵੀ ਸ਼ਾਇਦ ਹੀ ਕੋਈ ਸੂਬਾ ਹੋਵੇ ਜਦੋਂ ਤੋਂ ਕਿਸਾਨ ਅੰਦੋਲਨ ਚੱਲਿਆ ਉਦੋਂ ਤੋਂ ਲੈ ਕੇ ਅੱਜ ਤੱਕ ਆਪਣੀ ਪਾਰਟੀ ਦੇ ਵਿੱਚ ਬਗਾਵਤ ਨਾ ਹੋਈ ਹੋਵੇ, ਯਾਨੀ ਕਿ ਬੀਜੇਪੀ ਦੇ ਵਿੱਚ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਵੀ ਕਿਸਾਨੀ ਨੇ ਖੱਟਿਆ ਕੀ ਹੈ। ਮੈਂ ਇਹੀ ਸਵਾਲ ਕੀਤਾ ਰਾਜੇਵਾਲ ਸਾਹਿਬ ਨੂੰ ਤੇ ਉਗਰਾਹਾਂ ਹੋਰਾਂ ਨੂੰ। ਉਹਨਾਂ ਨੇ ਇੱਕੋ ਗੱਲ ਕਹੀ ਆ, ਉਹ ਕਹਿੰਦੇ ਜੀ 7 ਮਹੀਨੇ ਦੇ ਵਿੱਚ ਕੀ ਤੁਸੀਂ ਮੰਨਦੇ ਹੋ ਕਿ ਬੀਜੇਪੀ ਅੰਦਰੋਂ ਖੋਖਲੀ ਹੋਈ ਹੈ, ਮਾੜੀ ਮੋਟੀ ਕਮਜ਼ੋਰ ਤੁਹਾਨੂੰ ਨਜ਼ਰ ਆ ਰਹੀ ਹੈ, ਕਿਸੇ ਸੂਬੇ ਦੇ ਵਿੱਚ ਫਰਕ ਪੈ ਰਿਹਾ, ਕੋਈ ਧੌਣ ਦੇ ਵਿੱਚ ਜਿਹੜਾ ਕੀਲਾ ਫਸਿਆ ਸੀ ਮਾੜਾ ਮੋਟਾ ਨਿਕਲਿਆ ਲੱਗਦਾ। ਤੇ ਜੇਕਰ ਤੁਹਾਨੂੰ ਲੱਗਦਾ ਬੀਜੇਪੀ ਦਾ ਨੁਕਸਾਨ ਹੋਇਆ ਘੱਟ ਜਾਂ ਵੱਧ, ਤਾਂ ਇਹਦਾ ਮਤਲਬ ਇਹ ਆ ਵੀ ਇਹ ਕਿਸਾਨਾਂ ਦੇ ਕਰਕੇ ਹੀ ਹੋਇਆ। ਤੁਸੀਂ ਇਹ ਸੋਚੋ ਵੀ ਸ਼ਾਹੀਨ ਬਾਗ ਦੇ ਵਿੱਚ ਜਿਹੜੇ ਅੰਦੋਲਨਕਾਰੀ ਸੀ ਉਹ ਕਿੰਨਾ ਕੁ ਚਿਰ ਬੈਠਣ ਦਿੱਤੇ ਆ, ਕਿਵੇਂ ਬਦਨਾਮ ਕਰਕੇ ਭਜਾਤੇ। ਇਹਨਾਂ ਨੂੰ ਆਸ ਸੀ ਵੀ ਕਿਸਾਨ ਵੀ ਇਵੇਂ ਬਦਨਾਮ ਕਰਕੇ ਭਜਾ ਦੇਣਗੇ, ਪਰ ਕਿਸਾਨ ਡਟੇ ਰਹੇ ਤੇ ਇਹ ਸਿਰੜੀ ਲੋਕ ਆ ਤੇ ਸਿਰੜ ਦੇ ਮੂਹਰੇ ਇਹਨਾਂ ਨੂੰ ਝੁਕਣਾ ਹੀ ਪੈਣਾ। ਉਸ ਤੋਂ ਅਗਲੀ ਗੱਲ ਜਾਂਦੇ ਮੈਂ ਇੱਕ ਬੇਨਤੀ ਦੇ ਰੂਪ ਦੇ ਵਿੱਚ ਕਰਨੀ ਚਾਹੁੰਦਾ। ਪੰਜਾਬ ਦੇ ਵਿੱਚ ਵੀ 100 ਰੁਪਏ ਨੂੰ ਪਾਰ ਹੋ ਗਿਆ ਪੈਟਰੋਲ, ਤੇ ਬਾਕੀ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਕਿਤੇ 105 ਰੁਪਏ ਲੀਟਰ ਹੈ, ਕਿਤੇ 107 ਰੁਪਏ ਲੀਟਰ ਹੈ। ਧਰਮ ਦੇ ਨਾਂ ਦੇ ਉੱਤੇ ਤਾਂ ਆਪਾਂ ਜੁੱਡੋ ਜੁੰਡੀ ਹੋ ਜਾਂਦੇ ਆ, 1 ਮਿੰਟ ਦੇ ਵਿੱਚ ਇਕੱਠੇ ਹੋ ਜਾਂਦੇ ਆ ਵੀ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ। ਪਰ ਇਸ ਵਕਤ ਤੁਹਾਡੇ ਸਾਰਿਆਂ ਦੀ, ਸਾਡੇ ਸਾਰਿਆਂ ਦੀ ਆਰਥਿਕਤਾ ਨੂੰ ਖਤਰਾ ਪੈਦਾ ਹੋਇਆ। 1 ਲੀਟਰ 100 ਰੁਪਏ ਦੇ ਵਿੱਚ ਪੈਟਰੋਲ ਪੈਂਦਾ ਤੇ 100 ਰੁਪਏ ਦੇ ਵਿੱਚ ਕਿੰਨੀ ਕੁ ਐਵਰੇਜ ਨਿਕਲਦੀ ਹੈ ਤੇ ਕਿੰਨੀ ਕੁ ਸਫ਼ਰ ਤੈਅ ਕਰ ਸਕਦੇ ਆਪੇ ਸਮਝ ਲਓ। ਸੋ ਇਹ ਧਰਮ ਤੋਂ ਵੀ ਮੈਨੂੰ ਲੱਗਦਾ ਕੋਈ ਛੋਟਾ ਮੁੱਦਾ ਨਹੀਂ ਆ। ਇਹ ਆਪਣੇ ਬੱਚਿਆਂ ਦੀ, ਆਪਣੇ ਭਵਿੱਖ ਦੀ, ਆਪਣੀ ਆਰਥਿਕਤਾ ਦੀ, ਆਪਣੇ ਰੁਜ਼ਗਾਰ ਦੀ ਬਹੁਤ ਵੱਡੀ ਗੱਲ ਹੈ। ਜਿਵੇਂ ਧਰਮ ਦੇ ਨਾਂ ਦੇ ਉੱਤੇ ਇਕੱਠੇ ਹੁੰਨੇ ਆ, ਗਲਤ ਨੂੰ ਗਲਤ ਕਹੋ ਜੇਕਰ ਤੁਹਾਨੂੰ ਗਲਤ ਲੱਗਦਾ ਤਾਂ। ਜੇ ਤੁਹਾਨੂੰ ਪੈਟਰੋਲ ਚੀਕ ਕਢਾਉਣ ਵਾਲਾ ਲੱਗਦਾ ਤਾਂ ਮਾੜਾ ਮੋਟਾ ਬੋਲਣਾ ਸਿੱਖੀਏ। ਹੁਣ ਕਿਹੜੀ ਗੱਲੋਂ ਮੂੰਹ ਦੇ ਵਿੱਚ ਘੁੰਗੜੀਆਂ ਪੈ ਗਈਆਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।